असलामुअलैकुम ਵੀਰੋ ਕੀ ਹਾਲ ਹੈ। ਉਮੀਦ ਕਰਨਾ ਤੁਸੀਂ ਸਾਰੇ ਵਧੀਆ ਹੋਵੋਗੇ। ਵੀਰੋ ਅੱਜ ਦੀ ਕਥਾ ਦੇ ਵਿੱਚ ਸੰਤ ਸਿੰਘ ਮਸਕੀਨ ਜੀ ਨੇ ਜਿਹੜਾ ਬਿਆਨ ਕੀਤਾ ਨਾ, ਉਹਨੂੰ ਸੁਣ ਕੇ ਤੇ ਜਿਹੜਾ ਬੜਾ ਵੱਡਾ ਪਾਪੀ ਆ ਜਾਂ ਜਿਹਦਾ ਜ਼ਮੀਰ ਮਰਿਆ ਨਾ ਵੀਰੋ, ਉਹਦਾ ਵੀ ਜ਼ਮੀਰ ਜਾਗ ਜਾਏ, ਕਿਉਂਕਿ ਬਹੁਤ ਹੀ ਵਧੀਆ ਤੇ ਬੜੀ ਸ਼ਾਨਦਾਰ ਕਥਾ ਵਾ ਜਿਹਦੇ ਵਿੱਚ ਸੰਤ ਸਿੰਘ ਮਸਕੀਨ ਜੀ ਨੇ ਹਰ ਨੁਕਤੇ ਉੱਤੇ ਹਰ ਗੱਲਬਾਤ ਉੱਤੇ ਬੜੀ ਤਫਸੀਲ ਦੇ ਨਾਲ ਗੱਲ ਕੀਤੀ ਹੈ ਤੇ ਸੁਣ ਕੇ ਮਜ਼ਾ ਆਉਂਦਾ ਵਾ, ਆਨੰਦ ਆਉਂਦਾ ਵਾ। ਤੇ ਮੈਂ ਉਮੀਦ ਕਰਨਾ ਕਿ ਤੁਹਾਨੂੰ ਬਹੁਤ ਅੱਛੀ ਕਥਾ ਲੱਗੇਗੀ। ਖੈਰ ਪਹਿਲਾਂ ਆਪਾਂ ਚੱਲ ਕੇ ਦੇਖ ਲੈਣੇ ਕਥਾ ਤੇ ਉਸ ਤੋਂ ਬਾਅਦ ਕਰਾਂਗੇ ਇਸ ਤੇ ਗੱਲਬਾਤ। ਤੇ ਕਥਾ ਸ਼ੁਰੂ ਕਰਨ ਤੋਂ ਪਹਿਲੇ ਸਾਰੇ ਵੀਰਾਂ ਭਰਾਵਾਂ ਅੱਗੇ ਬੇਨਤੀ ਹੈ, ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ। ਤੇ ਆਪਾਂ ਚੱਲ ਕੇ ਦੇਖਨੇ ਅੱਜ ਦੀ ਕਥਾ। ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੋ ਸਾਧ ਸੰਗਤ ਜੀਓ, ਇੱਕ ਲੜੀਵਾਰ ਵਿਚਾਰ ਆਪ ਸਰਵਨ ਕਰ ਰਹੇ ਹੋ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਦੋ ਪੰਕਤੀਆਂ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਮਹਾਨ ਵਾਕ, ਉਸ ਨੂੰ ਦਾਸ ਨੇ ਆਧਾਰ ਬਣਾਇਆ ਹੋਇਆ ਹੈ। ਆਸਾ ਵਿੱਚ ਅਤ ਦੁੱਖ ਘਣਾ, ਮਨ ਮੁਖ ਚਿਤ ਲਾਇਆ, ਗੁਰਮੁਖ ਭੈ ਨਿਰਾਸ, ਸੁਖ ਫਲ ਪਾਇਆ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਮਹਾਨ ਵਾਕ, ਰੇ ਮਨ ਐਸੋ ਕਰ ਸੰਨਿਆਸਾ। ਧਰਮ ਦੀ ਸਾਧਨਾ ਮਨ ਦੀ ਸਾਧਨਾ ਹੈ, ਤਨ ਦੀ ਸਾਧਨਾ ਨਹੀਂ। हे मन ऐसा संन्यास धारण कर, रे मन ऐसो कर संन्यासा। मन से सदन सभय कर समझो, मन ही माहे उदासा। बन जैसा ही तू सदन नु घर नु समझ, उजाड़ जैसा ही अपने घर नु समझ, और घर दे जो कुछ भी है सब कुछ नु उजाड़ समझ। निराश होके उदास होके तू परमात्मा दी निरंकार दी तलाश कर। ऐसा इस वास्ते कह रहे ने, जो संसार तो निराश नहीं उदास नहीं, वो निरंकार दी तलाश करेगा ही नहीं करेगा। जो इस जीवन तो निराश नहीं उदास नहीं, वो परम जीवन की तलाश नहीं करेगा। आम मनोविज्ञानक कहते ने हिरदे नो निराश करना बड़ा औखा है। एक उदाहरण देने, जब लग श्वास तब लग आस। हर श्वास दे नाल कोई ना कोई आस ते चलती, मुश्किल है। इस मुश्किल का हल सानू गुरु नानक देव जी महाराज ने दिता है, बड़े ध्यान नाल सरवण करना। आसा वाए निराश वदाए, निहचो नानक करते पाए। निश्चय करके जान, उन्हों करते पुरख की प्राप्ति हो जाती। किसनों? आसा माए निराश वलाए। जो आशा विच निराश होकर रहिंदा है, ये किस तरह होगा? चलो आशा ते चलती है, श्वास देना, निराश होना बड़ा औखा। जे आशा पूरी हो गई है तो फिर तू इस तरह समझ, इस वास्ते पूरी हुई है। प्रभु की आशा भी यही सी, वो भी यही चाहता सी, तां होई। एक जे आशा नहीं पूरी हुई, इच्छा नहीं पूरी हुई, तो प्रभु कुछ और चाहता है, ओदी इच्छा कुछ होर है, तो ओदी रजा दे राजी हो। जिहड़ा इस ढंग नाल जीवदा है, निहचो नानक करते पाए। निश्चय करके जानो नु करते पुरख दी प्राप्ति हो जाती। पर एक गल बड़ी लाजमी है, संसार ही महान है और इतनी प्रबल आशा है, निरंकार दी आस पैदा ही नहीं होती। इतना प्रबल संबंध जोड़िया होया है सुख दा परिवार नाल, पदार्थां नाल। परमात्मा दी तड़प ते जन्म ही नहीं लैंदी, जन्म ही नहीं लैंदी। इस वास्ते धन गुरु गोबिंद सिंह जी महाराज ने लाजमी कह दिता, बन से सदन। सदन नो घर नो उजाड़ जैसा समझ, जंगल जैसा समझ।
ਕੀ ਹੈ ਤੇਰੇ ਘਰ ਦੇ ਵਿੱਚ। ਮੈਂ ਦੋ ਨੁਕਤੇ ਦੋ ਬਾਦਸ਼ਾਹਾਂ ਦੇ ਤੁਹਾਡੇ ਸਾਹਮਣੇ ਰੱਖਾਂ ਜੋ ਆਮ ਜਗਤ ਇਸੇ ਢੰਗ ਨਾਲ ਜੀਂਦਾ ਹੈ। ਭਾਰਤ ਦੇ ਵਿੱਚ ਜਿਸ ਨੇ ਮੁਗਲਿਆ ਸਲਤਨਤ ਦੀ ਬੁਨਿਆਦ ਰੱਖੀ, ਬਾਬਰ, ਉਹਦੇ ਵਿਚਾਰ ਭਾਰਤ ਦੇ ਜਿਸ ਦੇ ਨਾਲ ਮੁਗਲਿਆ ਸਲਤਨਤ ਖਤਮ ਹੋ ਗਈ, ਆਖਰੀ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ, ਇਹ ਬਹਾਦਰ ਸ਼ਾਹ ਉਹ ਨਹੀਂ ਜੋ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਮਿਲਿਆ ਸੀ, ਔਰੰਗਜ਼ੇਬ ਦਾ ਲੜਕਾ, ਜਿਨੇ ਹਜ਼ੂਰ ਸਾਹਿਬ ਦੇ ਸਤਿਗੁਰ ਨੂੰ ਨਗੀਨਾ ਭੇਟ ਕੀਤਾ ਸੀ ਤੇ ਮਹਾਰਾਜ ਨੇ ਉਹ ਨਗੀਨਾ ਗੋਦਾਵਰੀ ਸੁੱਟ ਦਿੱਤਾ। ਤੇ ਬਹਾਦਰ ਸ਼ਾਹ ਨੂੰ ਇੱਕਦਮ ਖਿਆਲ ਆਇਆ, ਫਕੀਰ ਨੇ, ਇਹਨਾਂ ਨੂੰ ਨਗੀਨਿਆਂ ਦੀ ਸਮਝ ਨਹੀਂ। ਕਹਿਣ ਲੱਗੇ, ਮਹਾਰਾਜ ਮੈਂ ਜੋ ਭੇਟ ਕੀਤੀ ਸੀ ਇਹ ਮੇਰੇ ਖਜ਼ਾਨੇ ਦਾ ਸਭ ਤੋਂ ਕੀਮਤੀ ਨਗੀਨਾ ਸੀ, ਤੁਸੀਂ ਦਰਿਆ 'ਚ ਸੁੱਟ ਦਿੱਤਾ। ਇਹ ਮੈਂ ਕਈ ਸਾਲਾਂ ਤੋਂ ਖਜ਼ਾਨੇ ਦੇ ਸਾਂਭ ਕੇ ਰੱਖਿਆ ਹੈ, ਮੇਰੇ ਪਿਤਾ ਤੋਂ ਮੈਨੂੰ ਪ੍ਰਾਪਤ ਹੋਇਆ ਹੈ, ਆਪਨੇ ਦਰਿਆ 'ਚ ਸੁੱਟ ਦਿੱਤਾ ਹੈ। ਮੈਂ ਤੁਹਾਨੂੰ ਨਜ਼ਰਾਨਾ ਭੇਟ ਕੀਤਾ ਸੀ, ਤੁਹਾਡੇ ਕਦਮਾਂ ਵਿੱਚ ਰੱਖਿਆ ਸੀ। ਦਰਅਸਲ ਬਹਾਦਰ ਸ਼ਾਹ ਦੇ ਮਨ ਵਿੱਚ ਨਗੀਨਾ ਭੇਟ ਕਰਦਿਆਂ ਇਹ ਖਿਆਲ ਵੀ ਆ ਗਿਆ ਸੀ, ਇਸ ਤਰ੍ਹਾਂ ਦੀ ਭੇਟਾ ਗੁਰੂ ਗੋਬਿੰਦ ਸਿੰਘ ਨੂੰ ਅੱਜ ਤੱਕ ਕਿਸੇ ਹੋਰ ਨੇ ਨਹੀਂ ਦਿੱਤੀ ਹੋਣੀ। ਇਹ ਖਿਆਲ ਵੀ ਆ ਗਿਆ, ਐਸਾ ਹੰਕਾਰ ਵੀ ਆ ਗਿਆ। ਸਤਿਗੁਰ ਕਹਿਣ ਲੱਗੇ, ਕੀਮਤੀ ਨਗੀਨਾ ਸੀ, ਅੱਛਾ ਇੰਝ ਕਰ, ਫਿਰ ਹੁਣ ਤੂੰ ਆਪ ਹੀ ਕੱਢ ਕੇ ਲਿਆ, ਔਰ ਜਿੱਥੇ ਮੈਂ ਸੁੱਟੇ ਆਪ ਹੀ ਕੱਢ ਕੇ ਲਿਆ, ज्यादा पानी नहीं है गोदावरी से, जा कट लिया। इतिहास है जैसे हो जाता है, दो हत्थां नाल कढ़दा है, दोवें हथ नगीनियां नाल भरे, कहंदा है इन्ने नगीन है। बहादुर शाह नूं पता नहीं, जिस वस्तु दे उत्ते कलगीधर दी निगाह पै जावे नगीना बन जाती। मनुख ते नजरे करम हो जाए वो देवता हो जाता है, फरिश्ता हो जाता है। एक दिन धन गुरु गोबिंद सिंह जी महाराज ने अत्यंत प्रसन्न होकर नंद लाल नूं कहा, तू कुछ मंग ले, अज तैनूं कुछ देना है, तैनूं दे के सानूं खुशी मिलेगी। जिहदे नाल बहुत प्यार होवे ते जिहड़ा प्यारा लगे उन्होंने कुछ दे के खुशी मिलती है, पर जिहदे नाल नफरत होवे, घृणा होवे, दुश्मनी होवे, उहदे कोल खो के खुशी मिलती है। जो बहुत प्यारा है मनुख देना चाहता है, इनू सुख दे दईए, इनू आराम दे दईए, इनू मान सन्मान दे दईए, किधरे लोड़ पै जाए तो इनू अपनी जिंद जान दे दईए। पर जे घृणा है, नफरत है, दुश्मनी है, तो फिर मनुख खोना चाहता है, ਇਹਦਾ सुख खो लईए, ਇਹਦੀ इज्जत खो लईए, ਇਹਦਾ मान सन्मान खो लईए, किधरे मौका लग जाए तो ਇਹਦੀ जिंद जान खो ले। खोण ਨੂੰ भी जी करता है, बशर्ते घृणा होवे, देण ਨੂੰ भी जी करता है, बशर्ते प्यारा लगे। नंद लाल तू बहुत प्यारा लगदा, तेरियां गल्लां बहुत प्यारियां, तैनू देख के सानू खुशी मिलेगी, साड़ी खुशी लई तू मंग ते मैं तैनू दिया। इनू कहते हैं भाई नंद लाल दी मंग, गजल है भाई साहब दी, उन्हां दी बाणी मैं थानू सरवण करावां। भाई साहब हाथ जोड़ के कहते ने, या इलाही चश्मे बीना ए बिरे, दरसरम अज इश्क सौदा ए बिरे, ऐ मेरे मालिक, ऐ मेरे मुर्शद, देना है ते ओ अखां दे जिहड़ियां निरंकार नूं वेख सकदियां, और कुछ भी नहीं। देना है ते सिर दे च ओ प्यार दे कि एक दफा दुनिया कह देवे
ਨੰਦ ਲਾਲ ਸੁਦਾਈ ਹੋ ਗਿਆ, ਪਾਗਲ ਹੋ ਗਿਆ। ਪਾਤਸ਼ਾਹ ਅਜੇ ਤੇ ਲੋਕੀ ਮੈਨੂੰ ਕਵੀ ਕਹਿੰਦੇ ਨੇ, ਗਿਆਨੀ ਕਹਿੰਦੇ ਨੇ, ਵਿਦਵਾਨ ਕਹਿੰਦੇ ਨੇ, ਮੈਨੂੰ ਅਜੇ ਕਿਸੇ ਨੇ ਪਾਗਲ ਕਹਿਣਾ ਸ਼ੁਰੂ ਨਹੀਂ ਕੀਤਾ। ਬੋਲ ਮੈਂ ਫਿਰ ਤੁਹਾਨੂੰ ਸਰਵਨ ਕਰਾਵਾਂ। ਯਾ ਇਲਾਹੀ ਚਸ਼ਮੇ ਬੀਨਾ ਏ ਬਿਰੇ, ਚਸ਼ਮ ਅੱਖਾਂ ਅੰਦਰ। ਯਾ ਇਲਾਹੀ ਚਸ਼ਮੇ ਬੀਨਾ ਏ ਬਿਰੇ, ਦਰ ਸਰਮ ਅਜ਼ ਇਸ਼ਕ ਸੌਦਾ ਏ ਬਿਰੇ। ਐਸਾ ਇਸ਼ਕ ਦੇ, ਐਸਾ ਪਿਆਰ ਦੇ, ਇੱਕ ਦਫਾ ਦੁਨੀਆ ਕਹਿ ਦੇਵੇ ਨੰਦ ਲਾਲ ਪਾਗਲ ਹੋ ਗਿਆ, ਸੁਦਾਈ ਹੋ ਗਿਆ। ਆਪ ਦੀ ਗਿਆਤ ਲਈ ਅਰਜ਼ ਕਰਾਂ, ਦੋ ਤਰ੍ਹਾਂ ਦੇ ਮਨੁੱਖਾਂ ਦਾ ਸਮਾਜ ਨਾਲ ਤਾਲਮੇਲ ਨਹੀਂ ਬੈਠਦਾ। ਕਿਹਦਾ? ਇੱਕ ਪਾਗਲ ਦਾ, ਇੱਕ ਸੰਤ ਦਾ ਨਹੀਂ ਬੈਠਦਾ। ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ, ਇੱਕ ਭਗਤ ਦਾ, ਇੱਕ ਪਾਗਲ ਦਾ। ਸਮਾਜ ਨਾਲ ਤਾਲਮੇਲ ਨਹੀਂ ਬੈਠਦਾ। ਪਾਗਲ ਦੀ ਗੱਲ ਇਤਨੀ ਨੀਵੀਂ, ਉਹਦੀ ਜ਼ਿੰਦਗੀ ਇਤਨੀ ਨੀਵੀਂ, ਪੈਰਾਂ ਦੇ ਥੱਲੋਂ ਲੰਘਦੀ ਹੈ। ਸੰਤ ਦੇ ਬੋਲ ਇਤਨੇ ਉੱਚੇ ਸਿਰ ਦੇ ਉੱਪਰੋਂ ਲੰਘਦੇ। ਤਾਂ ਦੋਹਾਂ ਨਾਲ ਤਾਲਮੇਲ ਨਹੀਂ ਬੈਠਦਾ। ਕਈ ਦਫਾ ਆਮ ਬੰਦਿਆਂ ਨੂੰ ਪਹਿਚਾਣਨਾ ਵੀ ਔਖਾ ਹੋ ਜਾਂਦਾ ਹੈ, ਇਹਦੇ 'ਚ ਪਾਗਲ ਕਿਹੜਾ ਹੈ ਤੇ ਸੰਤ ਕਿਹੜਾ ਹੈ। ਬੁਲੇਖੇ 'ਚ ਕਈ ਦਫਾ ਬੜੇ ਮਹਾਪੁਰਸ਼ਾਂ ਨੂੰ ਲੋਕੀ ਪਾਗਲ ਕਹਿ ਦਿੰਦੇ ਨੇ। ਦੂਰ ਕਿਉਂ ਜਾਓ, ਜਗਤ ਗੁਰੂ ਬਾਬਾ ਕਹਿੰਦੇ ਨੇ, ਕੋਈ ਕਹੇ ਭੂਤਨਾ ਕੋ ਕਹੇ ਬੇਤਾਲਾ। ਮੈਨੂੰ ਤੇ ਕਈ ਭੂਤਨਾ ਕਹਿੰਦੇ, ਬੇਤਾਲਾ ਕਹਿੰਦੇ। कबीर भी कह लेने, लोग कहें कबीर बौराना, कबीर का मरम राम ही जाना। सारा बनारस कह रहा है कबीर पागल है, पागल है। ਹੁਣ ਬਨਾਰਸ ਵਾਸੀਆਂ ਨੂੰ ਕੌਣ ਦੱਸੇ? ਕੋਈ ਤੇ ਬੰਦਾ ਜਿਹੜਾ ਸਿਆਣਾ ਹੈ, ਬਾਕੀ ਸਭ ਪਾਗਲਾਂ ਦੀ ਭੀੜ ਹੈ। ਕੀ ਹੈ? ਕੁਝ ਵੀ ਨਹੀਂ। ਪਰ ਇਹ ਦੋ ਤਰ੍ਹਾਂ ਦੇ ਮਨੁੱਖਾਂ ਦਾ ਸਮਾਜ ਨਾਲ ਤਾਲਮੇਲ ਨਹੀਂ ਬੈਠਦਾ। ਨੰਦ ਲਾਲ ਕਹਿੰਦੇ ਨੇ, ਮੇਰੇ ਪਾਤਸ਼ਾਹ ਅਜੇ ਮੈਨੂੰ ਕਿਸੇ ਨੇ ਸੁਦਾਈ ਨਹੀਂ ਆਖਿਆ, ਗਿਆਨੀ ਆਖਿਆ। ਅਜੇ ਮੈਨੂੰ ਕਿਸੇ ਨੇ ਪਾਗਲ ਨਹੀਂ ਆਖਿਆ। ਸਾਰੇ ਵਿਦਵਾਨ ਕਹੀ ਜਾਂਦੇ ਨੇ, ਕਵੀ ਕਹੀ ਜਾਂਦੇ ਨੇ, ਸ਼ਾਇਰ ਕਹੀ ਜਾਂਦੇ ਨੇ। ਦਰ ਸਰਮ ਅਜ਼ ਇਸ਼ਕ ਸੌਦਾ ਏ ਵਿਦੇ, ਮੇਰੇ ਸਿਰ ਦੇ ਚੋ ਪਿਆਰ ਦੇ, ਦੁਨੀਆ ਕਹਿ ਦੇਵੇ ਨੰਦ ਲਾਲ ਪਾਗਲ ਹੋ ਗਏ। ਯਾ ਇਲਾਹੀ ਚਸ਼ਮੇ ਬੀਨਾ ਏ ਵਿਦੇ, ਉਹ ਅੱਖਾਂ ਦੇ ਜੋ ਪ੍ਰਭੂ ਨੂੰ ਵੇਖ ਸਕਦੀਆਂ, ਪਰਮਾਤਮਾ ਨੂੰ ਵੇਖ ਸਕਦੀਆਂ, ਐਸੀ ਅੱਖਾਂ ਦੀ ਦ੍ਰਿਸ਼ਟੀ ਅੰਮ੍ਰਿਤਮਈ ਆਉਂਦੀ ਹੈ। ਪੱਥਰ ਨੂੰ ਨਗੀਨਾ ਬਣਾ ਦਿੰਦੀ, ਮਨੁੱਖ ਨੂੰ ਦੇਵਤਾ ਬਣਾ ਦਿੰਦੀ। ਇਹ ਵੀ ਮੈਂ ਅਰਜ਼ ਕਰਦੇ ਹਾਂ। ਬਹਾਦਰ ਸ਼ਾਹ ਇੱਕ ਔਰੰਗਜ਼ੇਬ ਦਾ ਲੜਕਾ ਸੀ। ਬਹਾਦਰ ਸ਼ਾਹ ਦੇ ਬੱਚਿਆਂ ਨੂੰ ਨੰਦ ਲਾਲ ਪਹਿਲੇ ਪੜ੍ਹਾਉਂਦੇ ਹੁੰਦੇ ਸਨ ਆਗਰੇ ਦੇ। ਸ਼ਾਇਦ ਆਪ ਨੂੰ ਪਤਾ ਹੋਵੇ, ਟਵਿੱਟਰ ਨੂੰ ਪਰਸ਼ੀਅਨ ਵਿੱਚ ਅਤਾਲੀਕ ਕਹਿੰਦੇ ਨੇ। ਨੰਦ ਲਾਲ ਦੇ ਨਾਮ ਦੇ ਨਾਲ ਅਤਾਲੀਕ ਲਿਖਿਆ ਹੈ। ਅਤਾਲੀਕ ਛੋਟੇ ਛੋਟੇ ਬੱਚਿਆਂ ਨੂੰ, ਨਵਾਬਾਂ ਦੇ, ਬਾਦਸ਼ਾਹਾਂ ਦੇ ਬੱਚਿਆਂ ਨੂੰ ਪੜ੍ਹਾਉਣ ਵਾਲਾ, ਘਰ ਦੇ 'ਚ ਜਾ ਕੇ। ਨੰਦ ਲਾਲ ਅਰਬੀ ਫਾਰਸੀ ਪੜ੍ਹਾਉਂਦੇ ਸਨ। ਉਸ ਪੜ੍ਹਾਉਣ ਵਿੱਚ ਕੁਰਾਨ ਸ਼ਰੀਫ ਦੀ ਆਇਤਾਂ ਦੇ ਅਰਥ ਵੀ ਦੱਸਣੇ ਹੁੰਦੇ ਸਨ। ਅਰਬੀ ਭਾਈ ਸਾਹਿਬ ਜੀ ਜਾਣਦੇ ਸਨ। ਇੱਕ ਦਿਨ ਕੁਰਾਨ ਦੀ ਇੱਕ ਆਇਤ ਦੇ ਪਰਸ਼ੀਅਨ ਦੇ ਇਤਨੇ ਗਜ਼ਬ ਦੇ ਅਰਥ ਕੀਤੇ, ਕਿਉਂਕਿ ਸਾਰੇ ਮੁਗਲ ਸਮਰਾਟ ਪਰਸ਼ੀਅਨ ਬੋਲਦੇ ਸਨ। ਉਸ ਵਕਤ ਲੰਘਿਆ ਬਜ਼ੁਰਗ ਔਰੰਗਜ਼ੇਬ, ਬੁੱਢਾ ਹੋ ਚੁੱਕਿਆ ਸੀ, ਬਿਰਧ ਹੋ ਚੁੱਕਿਆ ਸੀ। ਇਹ ਅਰਥ ਉਹਦੇ ਕੰਨਾਂ 'ਚ ਪਏ। हैरान हो गया। ऐसा रोशन दिमाग, ऐसा रोशन जमीर बंदा जिदी रूह दे जितनी चमक है, दमक है। बहादुर शाह ने कह दिता, ऐसा रोशन दिमाग बंदा हिंदू नहीं चाहिए। बस इशारा कर दिता, ऐसा रोशन जमीर मनुख हिंदू नहीं चाहिए। नंद लाल दे जिगरी दोस्त सन मुराद।
ਰਾਤ ਦਾ ਜਦ ਪਹਿਲਾ ਪੈਰ ਲੰਘ ਗਿਆ, ਸਾਰੇ ਸੌਣ ਦੀਆਂ ਤਿਆਰੀਆਂ 'ਚ ਮੁਰਾਦ ਘੋੜਾ ਲੈ ਕੇ ਆਇਆ ਨੰਦ ਲਾਲ ਦੀ ਹਵੇਲੀ, ਜਿੱਥੇ ਨੰਦ ਲਾਲ ਰਹਿੰਦੇ ਸੀ। ਆਖਿਆ ਭਾਈ ਸਾਹਿਬ ਇਹ ਘੋੜਾ ਲਓ, ਇਸ ਤੇ ਬੈਠੋ ਤੇ ਭੱਜਣ ਦੀ ਕੋਸ਼ਿਸ਼ ਕਰੋ, ਨਸ ਜਾਓ ਹੁਣੇ। ਦੰਗ ਰਹਿ ਗਏ ਨੰਦ ਲਾਲ ਵੀ, ਐਸਾ ਕਿਉਂ? ਪੁੱਛਿਆ ਕਿਉਂ? ਕਾਰਨ ਤੁਹਾਡਾ ਰੋਸ਼ਨ ਦਿਮਾਗ ਖਤਰੇ 'ਚ ਹੈ, ਤੁਹਾਡੀ ਰੋਸ਼ਨ ਜ਼ਮੀਰ ਖਤਰੇ 'ਚ ਹੈ। ਆਪਣੀ ਜ਼ਮੀਰ ਬਚਾਣੀ ਹੈ, ਆਪਣਾ ਦਿਮਾਗ ਬਚਾਣਾ ਹੈ, ਆਪਣਾ ਈਮਾਨ ਬਚਾਣਾ ਹੈ। ਇਹ ਘੋੜਾ ਲਓ, ਨਸ ਜਾਓ। ਸਮਝ ਗਿਆ ਨੰਦ ਲਾਲ, ਕਿਉਂਕਿ ਆਏ ਦਿਨ ਘਟਨਾਵਾਂ ਜੋ ਘਟਦੀਆਂ ਸਨ ਸਾਹਮਣੇ ਸੀ। ਮੁਰਾਦ ਨੂੰ ਕਹਿੰਦਾ ਹੈ ਕਿੱਥੇ ਜਾਵਾਂ? ਸਾਰੇ ਦੇਸ਼ ਦਾ ਬਾਦਸ਼ਾਹ ਤੇ ਔਰੰਗਜ਼ੇਬ ਹੈ, ਸਾਰਾ ਦੇਸ਼ ਇਸ ਦੀ ਮੁੱਠੀ 'ਚ ਹੈ, ਸਾਰੀ ਜਗ੍ਹਾ ਇਸ ਦੀ ਫੌਜ, ਇਹਦੇ ਸਿਪਾਹੀ, ਇਹਦੇ ਅਹਿਲਕਾਰ, ਔਰ ਸਾਰੇ ਭਾਰਤ ਦੇ 'ਚ ਇਸ ਦਾ ਹੁਕਮ ਚੱਲ ਰਿਹਾ ਹੈ। ਮੁਰਾਦ ਕਹਿੰਦਾ ਇੱਕ ਜਗ੍ਹਾ ਹੈ, ਉੱਥੇ ਔਰੰਗਜ਼ੇਬ ਦਾ ਹੁਕਮ ਨਹੀਂ ਚੱਲਦਾ, ਗੁਰੂ ਗੋਬਿੰਦ ਸਿੰਘ ਦਾ ਹੁਕਮ ਚੱਲਦਾ ਹੈ। ਉਹ ਜਗ੍ਹਾ ਹੈ ਆਨੰਦਪੁਰ ਤੋਂ ਬਾਜਾ, ਨਸ ਜਾ। ਰਾਤ ਨੂੰ ਭਾਈ ਸਾਹਿਬ ਸਫ਼ਰ ਕਰਦੇ ਨੇ, ਦਿਨ ਨੂੰ ਕਿਧਰੇ ਛੁਪ ਜਾਂਦੇ। ਮੰਜ਼ਿਲ ਦਲ ਮੰਜ਼ਿਲ ਤੈਅ ਕਰਕੇ ਇਹ ਆਨੰਦਪੁਰ ਸਾਹਿਬ ਪਹੁੰਚੇ। ਭਰੇ ਦਰਬਾਰ ਦੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਜਾ ਕੇ ਸਜਦਾ ਕੀਤਾ, ਮੱਥਾ ਟੇਕਿਆ, ਇੱਕ ਪਾਸੇ ਹੀ ਬੈਠ ਗਏ। ਸਮਾਪਤੀ ਤੇ ਨੰਦ ਲਾਲ ਜੋਦੜੀ ਕਰਦਾ ਹੈ, ਮਹਾਰਾਜ ਮੈਂ ਆਪ ਜੀ ਦੇ ਕੋਲ ਰਹਿਣਾ ਹੈ, ਇੱਥੇ ਰਹਿਣਾ। ਸਤਿਗੁਰੂ ਕਹਿਣ ਲੱਗੇ ਬੜੀ ਖੁਸ਼ੀ ਦੀ ਗੱਲ ਹੈ, ਰਹੋ। ਦੂਜੇ ਦਿਨ ਬੇਨਤੀ ਕਰਦੇ ਨੇ ਨੰਦ ਲਾਲ, ਮਹਾਰਾਜ ਆਪਨੇ ਇੱਥੇ ਰਹਿਣ ਦੀ ਇਜਾਜ਼ਤ ਮੈਨੂੰ ਦੇ ਦਿੱਤੀ ਹੈ, तो फिर कोई सेवा भी बख्श दो, कोई सेवा करिया करा। हुण सतगुरु कहने तू की कर सकदा है, पहले ये दस की कर सकदा है। भाई साहब कहते ने दुनिया मैनू रोशन जमीर कहती है, रोशन दिमाग कहती है। मैं शायर हाँ, विद्वान हाँ, कलम दा धनी हाँ, जबान दा धनी हाँ, दिमाग दा धनी हाँ। आप कोई सेवा बख्श दो। तू रोशन जमीर है, रोशन दिमाग है, कलम दा धनी है, जबान दा धनी है, दिमाग दा धनी है। तू इत्थे रहना है? हाँ महाराज मैं रहना है। सेवा भी करनी? हाँ महाराज सेवा भी करनी है। अच्छा तू लंगर दे भांडे ही मांझिया कर। बड़ी चोट लगी, कहना है गुरु ने विद्या की कदर ही नहीं की थी। बादशाह ने बैठने वास्ते चांदी की कुर्सी दी सी। ये चांदी की कुर्सी ते बैठ के बादशाहां दे बच्चियां नूं पढ़ांदे सन। ये कहंदे जाके भांडे मांजा, पर हुण करे की किधरे जा भी नहीं सकता। इतिहास कहंदा है दूजे दिन भांडियां दा ढेर, मांजण वाले भी बड़े, ते पुराना जमाना राख नाल मांजने, हथ गाले होंदे, भांडे मांजण लग पे। भाई साहब दा सौरा परिवार मुल्तान विच रहिंदा सी। उत्थे तक खबरां पहुंच गईयां कि नंद लाल आगरे तो भज के छुप छुपा के आनंदपुर साहब पहुंचे ने। पर धन गुरु गोबिंद सिंह जी महाराज ने नंद लाल की कदर नहीं की थी, भांडे मांजण ते। मंजिल दर मंजिल तय करके ये सौरा परिवार के शरीक आनंदपुर साहब पहुंचे ने। पर कई दिन भांडे मांजदियां मांजदियां रब्बी तरंग गया।
ਦੇ ਲਹਿਰਾਂ ਵਿੱਚ ਰਹਿੰਦਿਆਂ ਹਰ ਮਨੁੱਖ ਦਾ ਆਪਣਾ ਔਰਾ ਹੁੰਦਾ ਹੈ, ਆਭਾ ਹੁੰਦਾ। ਉੱਥੇ ਸਭ ਬ੍ਰਹਮ ਗਿਆਨੀ ਰਸਕ ਪੁਰਸ਼, ਫਿਰ ਸਤਿਗੁਰ, ਉਹਨਾਂ ਦਾ ਔਰਾ ਆਭਾ। ਕਹਿੰਦੇ ਨੇ ਪੂਰਨ ਪੁਰਖ ਦੀ ਜਿਹੜੀ ਆਭਾ ਹੈ ਤੇ ਮਸਤਕ ਦੇ ਕੋਲੋਂ ਜਿਹੜਾ ਤੁਸੀਂ ਗੋਲ ਦਾਇਰਾ ਇੱਕ ਚੱਕਰ ਦੇਖਦੇ ਹੋ, ਇਹਨੂੰ ਸੰਸਕ੍ਰਿਤ ਦੇ ਆਭਾ ਕਹਿੰਦੇ ਨੇ। ਇੱਕ ਪੂਰਨ ਪੁਰਖ ਦਾ ਔਰਾ ਆਭਾ ਘੱਟ ਤੋਂ ਘੱਟ 10 ਮੀਲ ਤੋਂ ਲੈ ਕੇ 15 ਮੀਲ ਤੱਕ ਪ੍ਰਭਾਵਿਤ ਕਰਦਾ ਹੈ। ਉਸ ਆਭਾ ਦੇ ਦਾਇਰੇ 'ਚ ਜਿਹੜਾ ਆ ਜਾਂਦਾ ਹੈ, ਅਗਰ ਉਹ ਥੋੜਾ ਜਿਹਾ ਵੀ ਜਗਿਆਸੂ ਹੈ ਤੇ ਅਸਰ ਅੰਦਾਜ਼ ਹੋ ਜਾਂਦਾ ਹੈ। ਇਸ ਵਾਸਤੇ ਕਿਹਾ ਗਿਆ ਸਾਧ ਕੇ ਸੰਗ ਨਹੀਂ ਕਿਛ ਗਾਲ, ਦਰਸ਼ਨ ਭੇਟਤ ਹੋਤ ਨਿਹਾਲ। ਉਸ ਆਭਾ ਦੇ 'ਚ ਰਹਿੰਦਿਆਂ ਸਿਰਫ ਭਾਂਡਿਆਂ ਦੀ ਕਾਲਖ ਹੀ ਭਾਈ ਸਾਹਿਬ ਨਹੀਂ ਧੋ ਰਹੇ ਸਨ, ਮਨ ਦੀ ਕਾਲਖ ਵੀ ਧੁੱਲਦੇ ਸੀ। ਵਿਦਿਆ ਦਾ ਗਰੂਰ ਵੀ ਧੁੱਲ ਗਿਆ, ਇਲਮ ਦਾ ਗਰੂਰ ਵੀ ਧੁੱਲ ਗਿਆ। ਅੱਜ ਸ਼ਰੀਕ ਪਹੁੰਚੇ ਨੇ, ਰਾਖ ਨਾਲ ਲਿਬੜੇ ਹੋਏ ਕੱਪੜੇ ਦੇਖ ਕੇ, ਮੂੰਹ ਮੱਥਾ ਹੱਥ ਕਾਲਖ ਨਾਲ ਭਰਿਆ ਹੋਇਆ ਦੇਖ ਕੇ ਸ਼ਰੀਕ ਸਮਝਾਉਣ ਲੱਗ ਪਏ ਨੇ, ਕਿੱਥੇ ਆ ਗਿਆ, ਇਹਦੇ ਨਾਲੋਂ ਬਿਹਤਰ ਸੀ ਤੂੰ ਮੁਲਤਾਨ ਆ ਜਾਂਦਾ, ਅਸੀਂ ਤੈਨੂੰ ਕੋਈ ਯਤਨ ਕਰਕੇ ਭੇਜ ਦਿੰਦੇ, ਗਜ਼ਨੀ ਭੇਜ ਦਿੰਦੇ, ਕੰਧਾਰ ਭੇਜ ਦਿੰਦੇ। ਕਿੱਥੇ ਆ ਗਿਆ? ਇੰਨਾ ਛੋਟੀ ਦਾ ਆਲਮ ਫਾਜ਼ਲ ਹੋ ਕੇ ਸਾਰਾ ਦਿਨ ਭਾਂਡੇ ਮਾਂਜਣਾ। ਸਾਡੇ ਤੱਕ ਖਬਰਾਂ ਪਹੁੰਚੀਆਂ। ਹੁਣ ਸ਼ਰੀਕਾਂ ਨੂੰ ਭਾਈ ਸਾਹਿਬ ਸਮਝਾਉਂਦੇ ਨੇ, ਉਹਨਾਂ ਦੇ ਬੋਲ ਮੈਂ ਤੁਹਾਡੇ ਸਾਹਮਣੇ ਰੱਖਾਂ। ਨਸੀਹਾ ਤਾਂ ਚੰਦ ਗੋਈ, ਨਸੀਹਤ ਕਰਨ ਵਾਲਿਓ ਨਸੀਹਤ ਨਾ ਕਰੋ, ਸਿੱਖਿਆ ਦੇਣ ਵਾਲਿਓ ਸਿੱਖਿਆ ਆਪਣੇ ਕੋਲ ਰੱਖੋ। ਨਸੀਹਾ ਤਾਂ ਚੰਦ ਗੋਈ, ਕਿੱਸਾ ਹੈ ਵਾ ਅਜ਼ੂਪਨ, ਬਜ਼ਮੇ ਮਸਤਾਂ ਅਸ ਇੰਜਾ ਕਿੱਸਾ ਹੋ ਅਫਸਾਨਾ ਨੇ। ਇਹ ਮਸਤਾਨਿਆਂ ਦੀ ਮਹਿਫਿਲ ਹੈ, ਇਹ ਰੰਗ ਰਤਣਿਆਂ ਦੀ ਮਹਿਫਿਲ ਹੈ। ਨੰਦ ਲਾਲ ਪਾਗਲ ਹੋ ਗਏ, ਨੰਦ ਲਾਲ ਪਾਗਲ ਹੋ ਗਏ। ਤੁਹਾਡੀ ਨਸੀਹਤ ਨੰਦ ਲਾਲ ਤੱਕ ਨਹੀਂ ਪਹੁੰਚੇਗੀ, ਪੈਰਾਂ ਦੇ ਥੱਲੋਂ ਲੰਘ ਜਾਂਦੀ। ਇੱਕ ਪਾਸੇ ਕਰੋ। ਮੈਂ ਰੰਗ ਰਤਣਿਆਂ ਦੀ ਮਹਿਫਿਲ ਦੇ ਚ ਆ ਗਿਆ। ਸਤਿਗੁਰੂ ਵੀ ਪਹੁੰਚ ਗਏ। ਸ਼ਰੀਕ ਜੋ ਉੱਚੀ ਉੱਚੀ ਡਾਂਟ ਕੇ ਸਮਝਾ ਰਹੇ ਸਨ, ਉਹ ਵੀ ਸਤਿਗੁਰੂ ਨੇ ਬੋਲ ਸੁਣੇ। ਜੈਸੇ ਸਤਿਗੁਰੂ ਪਹੁੰਚੇ ਨੇ, ਨੰਦ ਲਾਲ ਸਜਦਾ ਕਰਦੇ ਨੇ। ਮਹਾਰਾਜ ਕਹਿੰਦੇ ਨੇ, ਨੰਦ ਲਾਲ ਵਾਕਈ ਅਸੀਂ ਤੈਨੂੰ ਕੁਛ ਨਹੀਂ ਦੇ ਸਕੇ, ਕੁਛ ਨਹੀਂ ਦੇ ਸਕੇ। ਸੁਣਿਆ ਬਾਦਸ਼ਾਹ ਨੇ ਤੈਨੂੰ ਬੈਠਣ ਵਾਸਤੇ ਚਾਂਦੀ ਦੀ ਕੁਰਸੀ ਦਿੱਤੀ ਸੀ, ਔਰ ਤੈਨੂੰ 500 ਮੋਹਰਾਂ ਮਹੀਨੇ ਦੀ ਤਨਖਾਹ ਮਿਲਦੀ ਸੀ। ਤੈਨੂੰ ਉਹਨਾਂ ਨੇ ਰਹਿਣ ਵਾਸਤੇ ਹਵੇਲੀ ਦਿੱਤੀ ਹੋਈ ਸੀ, ਨੌਕਰ ਚਾਕਰ ਦਿੱਤੇ ਹੋਏ ਸੀ। ਤੇਰਾ ਹੋਰ ਵੀ ਮਾਨ ਸਨਮਾਨ ਕਾਫੀ ਸੀ। ਅਸੀਂ ਤੈਨੂੰ ਕੁਛ ਨਹੀਂ ਦੇ ਸਕੇ। ਹੁਣ ਨੰਦ ਲਾਲ ਦੇ ਬੋਲ ਸੁਣਨਾ ਤੇ ਫਿਰ ਮੈਂ ਅੱਗੇ ਚਲਾਂ। ਹੱਥ ਜੋੜ ਕੇ ਨੰਦ ਲਾਲ ਕਹਿੰਦੇ ਨੇ, ਗਦਾਏ ਕੂਏ ਤੁਰਾ ਮੇਲੇ ਬਾਦਸ਼ਾਹੀ ਨੇਸਤ। ਇਹ ਨੰਦ ਲਾਲ ਦਾ ਗ੍ਰੰਥ ਦੀਵਾਨੇ ਗੋਇਆ ਦੇ ਵਿੱਚ ਇਹ ਨਜ਼ਮ ਦਰਜ ਹੈ। ਗਦਾਏ ਕੂਏ ਤੁਰਾ ਮੇਲੇ ਬਾਦਸ਼ਾਹੀ ਨੇਸਤ, ਹਵਾਏ ਸਲਤਨਤੋ व कौज कुल कुलारी नेस्त। ऐ मेरे बादशाह, एक दफा कोई भिखारी, गदा है, गदागर भिखारी नु कहने। एक दफा कोई भिखारी थोड़े इस नेड़े गली चो लंघ जाए, ਉਹ ਦੋ ਜਹਾਨਾਂ ਦੀ ਬਾਦਸ਼ਾਹੀ ਨੂੰ ਲੱਤ ਮਾਰ ਦਿੰਦਾ ਹੈ, ਠੁਕਰਾ ਦਿੰਦਾ ਹੈ। ਜਿਹੜਾ ਲੰਘ ਜਾਏ ਉਹ ਦੋ ਜਹਾਨਾਂ ਦੀ ਬਾਦਸ਼ਾਹੀ ਨੂੰ ਠੁਕਰਾ ਦਿੰਦਾ ਹੈ। ਮੈਂ ਤੇ ਦਰ ਮਲ ਕੇ ਬੈਠਾ, ਮੈਨੂੰ ਕਿਸ ਚੀਜ਼ ਦੀ ਕਮੀ? ਗਦਾਏ ਕੂਏ ਤੁਰਾ ਮੇਲੇ ਬਾਦਸ਼ਾਹੀ ਨੇਸਤ, ਹਵਾਏ ਸਲਤਨਤੋ ਵਜ਼ਾਓ ਕੇ ਕਜ ਕੁਲਾਹੀ ਨੇਸਤ।
ਤਮੰਨਾ ਹੀ ਨਹੀਂ ਰਹੀ ਬਾਦਸ਼ਾਹ ਹੋਣ ਦੀ, ਧਨ ਸੰਪਦਾ ਦੀ ਤਮੰਨਾ ਹੀ ਨਹੀਂ ਰਹੀ। ਇਹ ਗੁਰਦੇਵ ਇੱਥੇ ਰਹਿੰਦਿਆਂ ਪ੍ਰਭੂ ਦੀ ਪਿਆਸ ਪੈਦਾ ਹੋ ਗਈ। ਇੱਥੇ ਰਹਿੰਦਿਆਂ ਰੱਬੀ ਤੜਪ ਪੈਦਾ ਹੋ ਗਈ। ਇੱਥੇ ਰਹਿੰਦਿਆਂ ਸੰਸਾਰ ਤੋਂ ਮਨ ਨਿਰਾਸ਼ ਹੋ ਗਿਆ। ਇੱਥੇ ਰਹਿੰਦਿਆਂ ਪਦਾਰਥਾਂ ਤੋਂ ਮਨ ਨਿਰਾਸ਼ ਹੋ ਗਿਆ। ਇਹ ਗੁਰਦੇਵ ਪ੍ਰਭੂ ਦੀ ਆਸ ਪੈਦਾ ਹੋ ਗਈ। ਹੁਣ ਮੈਂ ਦੋ ਜਹਾਨਾਂ ਦੀ ਬਾਦਸ਼ਾਹੀ ਨੂੰ ਵੀ ਠੋਕਰ ਮਾਰਦਾ। ਇਸ ਦਰ ਤੇ ਬਹੁਤ ਕੁਛ ਹੈ, ਬਹੁਤ ਕੁਛ ਹੈ, ਬਹੁਤ ਕੁਛ ਹੈ। ਮੈਂ ਇੱਕ ਦਫਾ ਫਿਰ ਦੁਹਰਾਵਾਂ, ਜਿਤਨੇ ਚਿਰ ਤੱਕ ਮਨੁੱਖ ਸੰਸਾਰ ਤੋਂ ਨਿਰਾਸ਼ ਨਹੀਂ ਹੋਇਆ, ਉਦਾਸ ਨਹੀਂ ਹੋਇਆ, ਨਿਰੰਕਾਰ ਦੀ ਤਲਾਸ਼ ਨਹੀਂ ਕਰੇ। ਇਸ ਜੀਵਨ ਤੋਂ ਨਿਰਾਸ਼ ਨਹੀਂ ਹੋਇਆ, ਉਦਾਸ ਨਹੀਂ ਹੋਇਆ, ਪਰਮ ਜੀਵਨ ਦੀ ਤਲਾਸ਼ ਨਹੀਂ ਕਰੇ। ਇਹ ਲਾਜ਼ਮੀ ਹੈ, ਲਾਜ਼ਮੀ ਹੈ, ਜ਼ਰੂਰੀ ਹੈ। ਨਿਰਾਸ਼ ਜਿਹੜਾ ਫਿਰ ਹੋ ਜਾਂਦਾ ਹੈ, ਉਹ ਘਰ ਨੂੰ ਜੰਗਲ ਜੈਸਾ, ਉਜਾੜ ਜੈਸਾ ਸਮਝਣ ਲੱਗ ਪੈਂਦਾ। ਕੁਛ ਵੀ ਨਹੀਂ, ਕੁਛ ਵੀ ਨਹੀਂ। ਬਨ ਸੇ ਸਦਨ ਸਵੈ ਕਰ ਸਮਝੋ, ਮਨ ਹੀ ਮਾਇਆ ਉਦਾਸਾ। अपना घर ही सब कुछ है तो परमात्मा कुछ भी नहीं, पदार्थ ही सब कुछ है तो परमात्मा कुछ भी नहीं, परिवार ही सब कुछ है और इसे वैसे ही जीवना है तो निरंकार कुछ भी नहीं है। ये भी मैं अर्ज करते हैं। पहला मुगल सम्राट बाबर, वो कहता है रोजो नो बहारों में व दिल रुबा खुशस्त, बाबर ऐश कोश के आलम दोबारा ने। क्यों निराश हुई है, क्यों उदास हुई है? संसार बड़ा रंगीन है, नित नमा रूप, नित नਵੇਂ रंग रूप जब दुनिया विच मौजूद ने। क्यों उदास हुई है, क्यों निराश हुई है? नहीं आउंदा। ये दुनिया बड़ी रंगीन है। इस नूं पंजाबी च कहंदे ने, ਇਹ जग मिठा अगला कहन डिठा छड्डो, अगले दी गल छड्डो। ਇਹ बड़ी है दुनिया, बड़ा कुछ। यही बाबर कह रहा है, जितनी अकल मोटी होवे संसार वड्डा हो जाता है, जितनी अकल मोटी छोटी होवे संसार महान हो जाता है, और जितनी अकल वड्डी हो गई, महान हो गई, उतना संसार बेमैनी हो जाता है। ये भी महस करते हैं। पहला मुगल सम्राट ते ये कहता है। इस तो ही पता चलता है कितने कठोर तबीयत दा सी, कितनी मोटी अकल दा सी, कितनी सीमित बुद्ध दा ये मालिक सी। पर आखिरी मुगल सम्राट बहादुर शाह जफर, जिहदे हथों अंग्रेज़ां ने दिल्ली दा तख्त प्राप्त किया, उन्होंने पकड़ के बर्मा दे च रंगून दी जेल दे च बंद किया। बेचारा मरिया भी उत्थे, ਉਹਦੀ ਕਬਰ ਵੀ ਰੰਗੂਨ ਦੇ ਚ। ਇਹ ਫਕੀਰ ਤਬੀਅਤ ਬੰਦਾ ਸੀ। 5 ਵਕਤ ਨਮਾਜ਼ ਤੋਂ ਇਲਾਵਾ ਘੰਟਾ 2 ਘੰਟਾ ਅੱਲਾਹੂ ਦਾ ਜਪ ਵੀ ਕਰਦਾ ਸੀ। ਤੋ ਇਹਨੂੰ ਰਸ ਵੀ ਆਣ ਲੱਗ ਪਿਆ ਸੀ। ਉਹਦਾ ਅਨੁਭਵ ਮੈਂ ਤੁਹਾਡੇ ਸਾਹਮਣੇ ਰੱਖਾਂ, ਜੋ ਆਪਣੀ ਨਜ਼ਮ ਦੇ ਚ ਕਹਿੰਦਾ ਹੈ। लगता नहीं है दिल मेरा उजड़े दयार में, के सारा संसार उजाड़ है। महाभयान उद्यान नगर कर मानिया, झूठ समगरी वेग सच कर जानिया। कहता है बहुत वड्डे शहर दे च रहिंदा है। महाराज कहते बहुत वड्डी उजाड़ दे च रहिंदा है। मनुख ते मनुख नाल टुटिया है। किहड़ी गल दा जो है शहर है? मनुख ते मनुख नाल टुटिया है, बंदा ते बंदे नाल टुटिया है। कोई मेल नहीं, कोई मिलाप नहीं, कोई मेला नहीं। कहता सारा संसार मैनू उजाड़ प्रतीत होता है। बहादुर शाह जफर बंदगी करदियां कुछ खेड बन गई, अनुभव मिल गया। लगता नहीं है दिल मेरा उजड़े दयार में, किसकी बनी है आल में ना पाएदार में। इस कच्ची दुनिया दे पक्की जिंदगी किसनों मिली है? इस कच्चे संसार दे पक्के महल किस दे बने?
किसकी बनी है आल में ना पाएदार में। अगे चल के कहता है उम्रे दराज मांग कर लाए थे 4 दिन। कहता खुदा को बड़ी लंबी उम्र में लेके आया 4 दिन। इन्हों एक होर फकीर इंज कहता है जो कुछ मैं हाँ ऐ मेरे खुदा अद्धा समा अद्धी शक्ति मेरी लग गई उसनों छुपाण विच, मैं उसते पढ़दे पाए। और जो कुछ मैं नहीं हाँ अद्धी जिंदगी अद्धी शक्ति मेरी लंघ गई उसनों प्रगट करन विच। उम्मीद है गल पकड़ते चाहिए होगी। कहता जो कुछ मैं नहीं हाँ उसनों ते मैं प्रगट करदा रहा, और जो कुछ मैं हाँ उससे मैं पढ़दे पांदा रहा। बस जिंदगी मेरी इस तरह ही लंघी है, जीवन मेरा इस तरह ही लंघे। उम्रे दराज मांग कर लाए थे 4 दिन, 2 आरज़ू में कट गई 2 इंतजार में। इन हसरतों से कह दो कहीं और जा बसें, ए अरमान ए इच्छावां ए तड़प। ये कह रहा है अभ्यासियों नूं फरियाद पिया करदा है, ये मेरे हिरदे चों कढो, किसी होर जगह जाओ। दरअसल एक अवस्था जद बनती है जप करदियां करदियां ते इच्छावां बोझ लगदियां ने, ते बंदा इच्छावां नूं कढना चाहता निकलदियां ने। भरतरी रोंदे होया कहंदा है वैराग शतक दे विच, और शायद आपनूं पता होवे भरतरी दे प्रति धन गुरु नानक देव जी महाराज ने 3 शब्द उचारण कीते आसा राग दे विच। प्राणायाम दी साधना नाल इसने अपनी उम्र बड़ी लंबी कर लई सी, बहुत लंबी कर ली सी। ये गुरु नानक दे वक्त मौजूद सी। साधना का फल सिर्फ इतना ही मिलिया सी कि उम्र लंबी हो गई, क्योंकि प्राणा नूं रोकण दी विधि आ गई। श्वासां नूं रोक लैंदा सी, 6-6 महीने साल श्वास चलते ही नहीं, तो उम्र लंबी हो गई। उम्र लंबी ते हो गई, जीवन सफल ना होया। जीवन लंबा ते हो गया, सफल ना होया। गुरु नानक दे चरनां ते मथा टेक के इसने कुछ प्रश्न कीते ने। उन्हां प्रश्नां दा खोलना ते विचार इस वक्त वो तो मैं थोड़े सामने नहीं रख सकांगा। पंक्तियां रख दियां 3 शब्दां दियां। सिफती रत्ता सदवै रागी जुए जन्म न हारे, कह नानक सुन भरतर जोगी खीवा अमृत दारे। ये पहला शब्द। दूसरा, जल पे उपजे जल ते दूर, जल में जोतरे भरपूर, सुन भरतर नानक कहे विचार, निर्मल नाम मेराड़। इन्ना महान ज्ञान सुन के भरतरी हथ जोड़ के कहंदा तुहाडा पंथ किहड़ा है, किस पंथ दे बानी हो तुसीं, तुहाडा किहड़ा पंथ है। पंथ रस्ते नूं कहंदे ने, तुहाडा किहड़ा रस्ता है। मैं उस दिन भी अर्ज की सी, इस्लाम एक रास्ता है, जैन एक रास्ता है, बौद्ध एक रास्ता है, हिंदू एक रास्ता है, सिख एक रास्ता, सब मार्ग ने परमात्मा तक पहुंचने दे रास्ते ने। रास्ता कोई लंबा हो सकता है, कोई छोटा हो सकता है, कोई विंगा टेढ़ा हो सकता है, पर सारे रास्ते प्रभु दे रास्ते ने। सारियां ही नदियां सागर की तरफ जांदियां ने, पर सारियां दे अपने अपने रास्ते ने। गंगा अपने रास्ते ते जांदी, गोदावरी अपने रास्ते ते, सिंध अपने रास्ते ते, इराक दा दजला फिराक अपने रास्ते ते। जब सागर दे च मिल जांदे ना दजला, ना फरात, ना गंगा, ना जमुना, ना सतलज, ना ब्यास, सागर दे सागर ही सागर। जैसे जब कोई लीन हो जाता है सब कुछ खो जाता है। ये भी मैरिज करा, फिर उसकी हालत बन जाती है, मन्ने मग न चले पंथ, मन्ने धर्म से ती संतवंत। वो तो धर्म का रूप हो गया, परमात्मा का रूप हो गया, हुण रस्ते ते है ही नहीं, वो पंथ दे च है ही नहीं। पंथ ते जो चलदा उन्होंने कहते पंथी, उर्दू दे च कहते राही। पंथ नूं उर्दू दे च कहते रस्ता, रस्ते ते जिहड़ा चले राही। संस्कृत दे च कहते पंथ, जिहड़ा चले उन्होंने कहते पंथी। तो राही अजे रस्ते दे जो पहुंच गया और राही नहीं होते घर दे पहुंच। मन्ने मग न चले पंथ, मन्ने धर्म से थी सन बंद। थोड़ा पंथ केड़ा है। भरतरी गुरु नानक ते प्रश्न करता है, की पंथ है थोड़ा, किस पंथ दे तुसी बानी आ।
इन्ना ज्ञान, इतनी सोच, इतनी समझ, बड़ा आनंद मिले है। ऐ पातशाह बहुत ज्ञान मिले है और इंज लगे है जीवन में अजाई गवाया लंबा करके, लंबा ही होया सफल नहीं है। ਤੁਹਾਡਾ पंथ ਕਿਹੜਾ है? ਹੁਣ गुरु बाबा अपना पंथ दसते ने, ध्यान नाल सुनना। सगली जोत हमारी समया नाना वरन अनेकं, कह नानक सुन भरतर जोगी पार ब्रह्म लिव एकं। नाना वरन अनेकं, दुनिया दे जितने मजहब ने, धर्म ने, रस्ते ने, वरन ने, जात पात ने, सारियां नूं नाल लेके चलना ते सारियां दे नाल चलना, बस नानक दा यही पंथ है और कोई पंथ नहीं। पंक्तियां फिर सुनना। सगली जोत हमारी समया नाना वरन अनेकं, कह नानक सुन भरतर जोगी पार ब्रह्म लिव एकं। आसा राग दे तिन्ने शब्द ने भरतरी नूं संबोधन कीता है। भरतरी नूं कुछ अनुभव होया जब तब करदियां, कहंदा है मौत अजमात रमा अब तू भज आन किसे। ऐ इच्छा मैं तेनू मां आखदा तू मेरा खेड़ा छड़। ऐ वासना मैं तेनू मां आखदा तू छड़ मेरा खेड़ा। जो तो भोगन हेत बजे तुम सेव तिसे। ऐ वासना जो तेनू भोगां वास्ते चाहते तो उन्हां दे हिरदे च वस, मेरे हिरदे च क्यों वसदी। लागत की निष्प्रियन की चाहियती न लजे। मैनू ये संसार नहीं चाहिए, पदार्थ नहीं चाहते चाहिए, पर की करा। कहंदा संसार में छोड़ देता है, वासना नहीं छोड़ सकेगा। धन में छोड़ देता है, तृष्णा में नहीं छोड़ सकेगा। परिवार में छोड़ देता है, वासना में नहीं छोड़ सकेगा। कबूल करता है और कहंदा है मौत अजमात रमा अब तू भज आन किसे। हे तृष्णा मैं तेनों मां आखदा छड़ मेरा खेड़ा, मैं दुखी हाँ, तू मेरे हिरदे चो निकल ताई कुछ खेड बने। अभ्यास करदियां करदियां जिस दिन मनुख वासना तो दुखी होंदा है, इच्छावां तो दुखी होंदा है, उदों प्रार्थना करदा है प्रभु नूं और उस दिन सही ढंग दी प्रार्थना होंदी है, अरदास होंदी है। उस दिन फिर इहदी सुरत चलदी, उस तो पहले नहीं। जिस दिन पता चल जावे इच्छावां ते बोझ ने। हुण मैं फिर अर्ज करां, जितने चिर तक संसार दी आस बहुत प्रबल है, निरंकार दी तलाश नहीं पैदा होएगी, नहीं पैदा होएगी। भरतरी दुखत होके कहंदा है हे निरंकार मैं चाहना तैनू आ, पर करा कि ये संसार दी आस निकलदी नहीं, कि वासना निकलदी नहीं। मौत अजमात रमा अब तू बज आन किसे। यही कुछ रोंदा होया बहादुर शाह जफर कह रहा है, इन हसरतों से कह दो कहीं और जा बसे, इतनी जगह कहाँ है दिले दागदार में। जद कोई अभ्यास अमृत वेले करदा है ते जिस दिन शब्द हिरदे नूं चोट करदा है, पहला जिहड़ा उसनूं अनुभव हुंदा है ते इच्छावां दा बड़ा भारी बोझ पिया है, बहुत बार ये निकलन, किसी तरीके नाल निकलन। जितने चिर तक संसार दी आस अंदरों निकलती नहीं, प्रभु दी प्यास पैदा ही नहीं होती। ये भी महसूस करते नहीं होती। हुण मैं दूजा नुकता थोड़े सामने रखा। निराश कौन होंदा है? कोई चोट खादा होया मनुख ही निराश हो जाता है, उदास हो जाता है संसार तो। प्रथम गुरु दा शब्द चोट कर गए। बड़ा गहरा सत्संगी है, सरोता है, मेरी बाणी पढ़दा नहीं जपदा है। जपना की होंदा है? जबान उच्चारण कर दी ते मन सुनदा, इनू जपना कहंदे ने। पढ़ना इनू कहंदे ने, ध्यान बाहर है ते पढ़ रहे। जप मन मेरे गोविंद की बाणी, साधु जन राम रसन वखाने। अगर ये बहुत गहरा सरोता है, बड़ी गहराई नाल सुन रहा है, पाठ जो कर रहे हैं निरा घास नहीं कट रहा है, मेरे में भज दौड़ नहीं मचाई इसने, पूरे ध्यान पूर्वक लगन नाल ये पाठ कर रहे हैं,
ऐसा पाठ जप हो जाता है, ऐसा पाठ सिमरन हो जाता है, फिर किसी दिन ये शब्द चोट कर जाता है। जब शब्द चोट कर जाता है तो आदत की बनती है। धन गुरु रामदास जी महाराज दसते ने, अंतर प्यास उठी प्रभ केरी, सुन गुर बचन मन तीर लगैया। मन की बिरथा मन ही जाने, अवर के जाने को पीर परैया। शब्द फिर इंज लगता है जिमें तीर। हुण मैं दोहरावां, तीर तन नूं लगे खून निकलेगा, तीर मन नूं लगे लोभ निकलेगा, विकार निकलणगे। तीर तन नूं निकले लगे खून निकलदे होया मनुख तड़पदा होया मनुख करदा है हाय पानी हाय पानी हाय पानी। बहुता खून निकल जाण नाल कंठ खुश्क हो जाता है, पानी मंगदा है। शब्द दा तीर मन नूं लगे है, अंदरों लोभ निकले है, विकार निकले ने। ये तड़पदा होया मन, तुसीं आखोगे तड़पदा क्यों मन? मन की जिंदगी लोभ है, ये जीवदा ही लोभ दे च। मन की जिंदगी विकार है, ये उहदे च जीवदा है। जैसे गुरु दा शब्द बाण बन के इसनूं लगदा है, इहदे चों विकार निकलदे ने, इहदे चों लोभ निकलदा है। ये फिर तड़पदा होया मन करदा है वाहिगुरू वाहिगुरू। ये वाहिगुरू करना कुछ होर है, ये वाहिगुरू आखना कुछ होर है। और साहब कहते हैं मन की बिरथा मन ही जाने, अवर के जाने को पीर परैया। पीड़ ते बड़ी हो गई। ईश्वर ने एक नियम बना रखे है, एक तन दे चों दूसरे तन नूं जन्म देना है एक स्त्री ने, तो प्रसूत की पीड़ा तो लंघना ही पेगा, लंघना ही पेगा। रब ने नियम बनाया, प्रभु ने नियम बनाया। एक तन दे चों दूसरे तन नूं जन्म देना है, एक पीड़ा तो लंघना ही पेगा। अपने मन दे चों ही परम आनंद नूं जन्म देना है, परम रस नूं जन्म देना है, परम प्रकाश नूं जन्म देना है। मन तो जोत स्वरूप है, अपना मोल पछान, बड़ी भयंकर पीड़ा तो लंघना पैंदा। लागी होए सो जाने पीर, राम भगत अणियाले तीर। बड़ा जिक्र है, समा इजाजत ते नहीं पिया देंदा, पर सामने आ गया भाई साहब का एक सवैया। मैं तुहानूं सरवण कराण लगा, ये पीड़ कितनी कहती है। जब शब्द का तीर लगता है, मन चों विकार निकलते हैं, ते प्रभु की तड़प पैदा होती है। ये पीड़ कितनी होती है, ये तुसी सुनो। भाई साहब भाई गुरदास कोलों, भाई साहब का सवैया है। अगन जरत जल बूढ़त सरप ग्रसे, सस्तर अनेक रोम रोम कर गात है। जीवदा जागदा मनुख ज्वाला बलदी अग दे च गिर जाए, जलन लग पै। उस जीवदे जागदे मनुख नूं जलदियां जो पीड़ा आउंदी है, मानसिक ते सरीरक, भाई साहब कहंदे ने इकट्ठी करिए। अगन जरत जल बूढ़त, बहुत गहरे पानी दे च डुब रहे होवे, गोते खा रहे होवे, बचण दी कोई उम्मीद ना होवे। ऐसी हालत विच मानसिक ते जो सरीरक पीड़ा होंदी है, भाई जी कहंदे ने, वो भी इकट्ठी करिए। इस सारी पीड़ा का बकायदा आप अपने ध्यान विच रखी जाना। अगन जरत जल बूढ़त सरप ग्रसे, कोबरा नाग फनियर सप, जहरीला नाग डंग मार जाए, जहन चढ़नी शुरू हो जाए, प्राण निकलने शुरू हो जान, उस समय जो सरीरक ते मानसिक पीड़ा होती है, भाई साहब कहते हैं ये भी इकट्ठी। अगन जरत जल बूढ़त सरप ग्रसे, शस्त्र अनेक रोम रोम कर घात है। अनेकां तरह के शस्त्रां दे नाल रोम रोम जख्मी होवे ते खून वग रहा होवे। ऐसी हालत दे च जिहड़ी पीड़ा है, इनू भी इकट्ठा करिए। रोम रोम जख्मी होवे। एक फकीर ते कहंदा है, हमा तन दागदार शुदम,
ਪੁੰਬਾ ਕੁਜਾ ਕੁਜਾ ਨਿਹਮ। ਪੁਰਾਣੇ ਜ਼ਮਾਨੇ 'ਚ ਜਰਾ ਦਾ ਕੰਮ, ਸਰਜਨ ਦਾ ਕੰਮ ਵੈਦ ਲੋਕ ਕਰਦੇ ਸਨ, ਉਹਨਾਂ ਨੂੰ ਜਰਾ ਕਹਿੰਦੇ ਸਨ, ਮਰਮ ਪੱਟੀ ਉਹ ਕਰਿਆ ਕਰਦੇ ਸਨ। ਇਹ ਫਕੀਰ ਕਹਿੰਦਾ ਰੋਮ ਰੋਮ ਜ਼ਖਮੀ ਹੈ, ਤੇ ਰੋਮ ਰੋਮ ਦੇ ਜੋ ਖੂਨ ਵਗ ਰਿਹਾ ਹੈ, ਫਾਹਾ ਕਿਹੜੀ ਕਿਹੜੀ ਥਾਂ ਤੇ ਰੱਖੇਗਾ, ਪੱਟੀ ਕਿਸ ਕਿਸ ਤੇ ਥਾਂ ਤੇ ਬੰਨੇਗਾ, ਕਿਹੜੀ ਜਗ੍ਹਾ ਬੰਨੇਗਾ। ਰੋਮ ਰੋਮ ਜ਼ਖਮੀ ਹੈ। ਹਮਾ ਤਨ ਦਾਰ ਸ਼ੁਦਮ ਪੁੰਬਾ ਕੁਜਾ ਕੁਜਾ ਨਿਹਮ। ਸ਼ਸਤਰ ਅਨੇਕ ਰੋਮ ਰੋਮ ਕਰ ਘਾਤ ਹੈ। ਅਨੇਕਾਂ ਤਰ੍ਹਾਂ ਦੇ ਸ਼ਸਤਰਾਂ ਦੇ ਨਾਲ ਰੋਮ ਰੋਮ ਜ਼ਖਮੀ ਹੋਵੇ, ਖੂਨ ਵਗ ਰਿਹਾ ਹੋਵੇ। ਭਾਈ ਸਾਹਿਬ ਕਹਿੰਦੇ ਨੇ ਇਹ ਪੀੜਾ ਵੀ ਇਕੱਠੀ ਕਰੀ। ਇੱਕ ਪੰਕਤੀ 'ਚ ਇਤਨੀ ਪੀੜਾ, ਦੂਸਰੀ ਪੰਕਤੀ 'ਚ ਬਿਰਥਾ ਅਨੇਕ ਅਪਦਾ ਅਧੀਨ ਦੀਨਗਤ ਗ੍ਰੀਖਮ ਔਰ ਸੀਤ ਬਰਖਮਾਏ ਨਿਸਪ੍ਰਾਤ ਹੈ। ਬਿਰਥਾ ਅਨੇਕ ਲੋੜਾਂ ਬਹੁਤ ਸਾਰੀਆਂ ਹੋਣ ਤੇ ਪੂਰੀ ਇੱਕ ਵੀ ਨਾ ਹੋਵੇ। ਖਾਣ ਨੂੰ ਭੋਜਨ ਚਾਹੀਦਾ ਨਹੀਂ ਹੈ, ਪਹਿਨਣ ਨੂੰ ਕੱਪੜੇ ਚਾਹੀਦੇ ਨਹੀਂ ਹੈ, ਰਹਿਣ ਨੂੰ ਮਕਾਨ ਚਾਹੀਦਾ ਨਹੀਂ ਹੈ, ਬਿਮਾਰ ਹੈ ਦਵਾ ਦਾਰੂ ਚਾਹੀਦਾ ਨਹੀਂ ਹੈ। ਲੋੜਾਂ ਅਨੇਕਾਂ ਨੇ, ਪੂਰੀ ਇੱਕ ਵੀ ਨਾ ਹੋਵੇ। ਐਸੀ ਹਾਲਤ ਵਿੱਚ ਮਾਨਸਿਕ ਤੇ ਸਰੀਰਕ ਜੋ ਪੀੜਾ ਆਉਂਦੀ ਹੈ, ਭਾਈ ਜੀ ਕਹਿੰਦੇ ਨੇ ਇਹ ਵੀ ਇਕੱਠੀ ਕਰੀਏ। ਬਿਰਥਾ ਅਨੇਕ ਅਪਦਾ ਅਧੀਨ ਦੀਨਗਤ। ਬੜਾ ਭਿਅੰਕਰ ਰੋਗ ਹੋਵੇ ਕੋਈ ਸਰੀਰਕ ਤੇ ਉਹਦੇ ਨਾਲ ਪੀੜਾ ਹੋ ਰਹੀ ਹੋਵੇ, ਉਹ ਵੀ ਇਕੱਠੀ ਕਰੀ। ਪਰਾਈ ਅਧੀਨਗੀ ਦੇ ਚ ਰਹਿਣਾ ਪੈ ਰਿਹਾ ਹੋਵੇ ਤੇ ਕਸੂਰ ਵੀ ਕੁਛ ਨਾ ਹੋਵੇ ਤੇ ਅਗਲਾ ਮਾਲਕ ਗਾਲਾਂ ਕੱਢੀ ਜਾਏ, ਤਾੜਨਾ ਕਰੀ ਜਾਏ। ਕਸੂਰ ਵੀ ਨਹੀਂ, ਕੋਈ ਗਲਤੀ ਵੀ ਨਹੀਂ ਤੇ ਤਾੜਨਾ ਕਰੀ ਜਾ ਰਹੇ, ਗਾਲਾਂ ਕੱਢੀ ਜਾ ਰਹੇ ਤੇ ਸਹਾਰਨੀਆਂ ਪੈਣ, ਸੁਣਨੀਆਂ ਪੈਣ। ਉਸ ਸਮੇਂ ਜੋ ਮਾਨਸਿਕ ਪੀੜਾ ਹੁੰਦੀ ਹੈ, ਭਾਈ ਜੀ ਕਹਿੰਦੇ ਨੇ ਇਹ ਵੀ ਇਕੱਠੀ ਕਰੀਏ। ਬਿਰਥਾ ਅਨੇਕ ਅਪਦਾ ਅਧੀਨ ਦੀਨਗਤ ਗ੍ਰੀਖਮ ਔਰ ਸੀਤ ਬਰਖਮਾਏ ਨਿਸਪ੍ਰਾਤ ਹੈ। ਗਰਮੀ ਤੋਂ, ਸਰਦੀ ਤੋਂ, ਬਰਸਾਤ ਤੋਂ ਬਚਣ ਦਾ ਕੋਈ ਉਪਰਾਲਾ ਨਾ ਹੋਵੇ। ਦਿਨ ਰਾਤ ਗਰਮੀ 'ਚ ਰਹਿਣਾ ਪੈ ਰਿਹਾ ਹੋਵੇ, ਦਿਨ ਰਾਤ ਠੰਡ ਦੇ 'ਚ, ਸੀਤ ਲਹਿਰ ਦੇ 'ਚ ਰਹਿਣਾ ਪੈ ਰਿਹਾ ਹੋਵੇ ਤੇ ਦਿਨ ਰਾਤ ਬਰਸਾਤ ਦੇ 'ਚ ਰਹਿਣਾ ਪੈ ਰਿਹਾ ਹੋਵੇ, ਬਚਣ ਦਾ ਕੋਈ ਉਪਰਾਲਾ ਨਾ ਹੋਵੇ। ਤੀਸਰੀ ਪੰਕਤੀ ਗਊ ਦੇ 'ਚ ਬਧੂ ਬੰਸ ਵਿਸਵਾਸ ਬਦ ਕੋਟ ਹਤਿਆ ਤ੍ਰਿਸ਼ਨਾ ਅਨੇਕ ਦੁਖ ਦੋਖ ਸਮਗਾਤ ਹੈ। ਮੈਂ ਛੇਤੀ ਛੇਤੀ ਕਰਦਾ ਪਿਆ। ਕੁਛ ਇਸ ਤਰ੍ਹਾਂ ਦੇ ਬੱਜਰ ਪਾਪ ਨੇ ਕਰਨ ਤੋਂ ਬਾਅਦ ਮਨ ਬੇਚੈਨ ਹੋ ਜਾਂਦਾ ਹੈ ਔਰ ਮਨ ਇੰਝ ਤੜਪਦਾ ਜਿਵੇਂ ਜਲ ਤੋਂ ਬਿਨਾ ਮਛਲੀ। ਕਿਹੜੇ ਬੱਜਰ ਪਾਪ? ਗਊ ਨੂੰ ਮਾਰਨਾ, ਭਗਤ ਨੂੰ ਮਾਰਨਾ, ਕੁਲ ਦਾ ਘਾਤ ਕਰਨਾ, ਵਿਸ਼ਵਾਸਘਾਤ ਕਰਨਾ, ਗੁਰੂ ਨਾਲ ਧਰੋਹ ਕਰਨਾ ਔਰ ਅਨੇਕਾਂ ਤਰ੍ਹਾਂ ਦੀ ਪਦਾਰਥਾਂ ਦੀ ਹਰ ਵਕਤ ਅੰਦਰ ਤ੍ਰਿਸ਼ਨਾ ਰੱਖਣੀ। ਇਸ ਦੇ ਨਾਲ ਜੋ ਮਾਨਸਿਕ ਪੀੜਾ ਹੁੰਦੀ ਹੈ, ਭਾਈ ਜੀ ਕਹਿੰਦੇ ਨੇ ਇਹ ਵੀ ਇਕੱਠੀ ਕਰੀ। ਪਾਪ ਕਿਵੇਂ ਮਾਨਸਿਕ ਪੀੜਾ ਦਿੰਦਾ ਹੈ, ਅਲੱਗ ਮਨੋਵਿਗਿਆਨ ਹੈ, ਕਿਸੇ ਵਕਤ ਫਿਰ ਤੁਹਾਡੇ ਸਾਹਮਣੇ ਰੱਖਾਂਗੇ। ਇਹਨਾਂ ਤਿੰਨ ਪੰਕਤੀਆਂ ਤੋਂ ਬਾਅਦ ਚੌਥੀ ਪੰਕਤੀ 'ਚ ਭਾਈ ਸਾਹਿਬ ਦੱਸਦੇ ਨੇ। ਚਲੋ ਤਿੰਨ ਵੀ ਮੈਂ ਤੁਹਾਨੂੰ ਨਾਲ ਹੀ ਸੁਣਾਵਾਂ। ਅਗਨ ਜਰਤ ਜਲ ਬੂੜਤ ਸਰਪ ਗ੍ਰਸੇ ਸ਼ਸਤਰ ਅਨੇਕ ਰੋਮ ਰੋਮ ਕਰ ਗਾਤ ਹੈ। ਬਿਰਥਾ ਅਨੇਕ ਅਪਦਾ ਅਧੀਨ ਦੀਨਗਤ ਗ੍ਰੀਖਮ ਔਰ ਸੀਤ ਬਰਖਮਾਏ ਨਿਸਪ੍ਰਾਤ ਹੈ। ਗਊ ਦੁਜ ਬਧੂ ਬੰਸ ਵਿਸਵਾਸ ਬਦ ਕੋਟ ਹਤਿਆ ਤ੍ਰਿਸ਼ਨਾ ਅਨੇਕ ਦੁਖ ਦੋਖ ਸਮਗਾਤ ਹੈ। ਅਨੇਕ ਪ੍ਰਕਾਰ ਜੋਰ ਸਗਲ ਸੰਸਾਰ ਸੋ ਦੇ ਪਿਆ ਕੇ ਵਿਛੋ ਪਲ ਇੱਕ ਨਾ ਪੁਜਾਤ। ਪਰਮਾਤਮਾ ਦੇ ਵਿਛੋੜੇ ਦਾ ਜਿਹੜਾ ਇੱਕ ਪਲ ਹੈ ਨਾ, ਉਸ ਇੱਕ ਪਲ ਦੇ ਚ ਜਿਹੜੀ ਪੀੜਾ ਹੈ, ਇਹ ਸਾਰੀ ਪੀੜਾ ਇੱਕ ਪਲ ਦੇ ਸਮਾਨ ਵੀ ਨਹੀਂ ਹੈ, ਕੁਝ ਵੀ ਨਹੀਂ ਹੈ। ਹੁਣ ਤੁਸੀਂ ਖੁਦ ਅੰਦਾਜ਼ਾ ਲਾਓ, ਭਗਤ ਕਿਤਨੀ ਵੱਡੀ ਪੀੜਾ ਤੋਂ ਲੰਘਦਾ ਹੈ, ਨਾਮ ਅਭਿਆਸੀ ਕਿਤਨੀ ਵੱਡੀ ਪੀੜਾ ਤੋਂ ਲੰਘਦਾ ਹੈ। ਲਾਗੀ ਹੋਏ ਸੋ ਜਾਣੇ ਪੀਰ राम भगत अणयाले तीर। तो पीड़ तड़पा देवेगी, रुला देवेगी। और रह न सका बिन देखे प्रीतमा में नीर वह चले जियो। गुरु नानक ने इस उत्ते एक बड़ा सोहना ख्याल दिता है, बड़ा हंस राग दे वो भी कह दिया, मैं रोवंदी सब जग रुना रुनड़े वणों पंखेरू, एक न रोना मेरे तन का बिरहा जिन्हों पिरों विछोड़ी। मैं रोई रिजक दी खातर सारे ही रोंदे, पशु पक्षी तक रोंदे ने रिजक ना मिले।
ਮੈਂ ਰੋਈ ਪਰਿਵਾਰ ਦੀ ਖਾਤਰ, ਬੱਚਿਆਂ ਦੀ ਖਾਤਰ। ਸਾਰਾ ਜਗਤ ਰੋਂਦਾ ਹੈ, ਪਸ਼ੂ ਪਕਸ਼ੀ ਤੱਕ ਵੀ ਤੜਪ ਉੱਠਦੇ ਨੇ ਆਪਣੇ ਬੱਚਿਆਂ ਵਾਸਤੇ। ਵਿਛੋੜਾ ਬੱਚਿਆਂ ਦਾ ਸਾਰਿਆਂ ਨੂੰ ਤੜਪਾ ਦਿੰਦਾ ਹੈ। ਵਿਛੋੜਾ ਰਿਜ਼ਕ ਦਾ, ਰੋਜ਼ੀ ਦਾ ਸਾਰਿਆਂ ਨੂੰ ਤੜਪਾ ਦਿੰਦਾ ਹੈ। ਤੜਪਾ ਕੇ ਰੋਣਾ ਵੀ ਨਿਕਲ ਆਉਂਦਾ ਹੈ। ਮਹਾਰਾਜ ਕਹਿੰਦੇ ਨੇ, ਇੱਕ ਨਾ ਰੋਣਾ ਮੇਰੇ ਤਨ ਕਾ ਬਿਰਹਾ, ਜਿਨ ਹਉ ਪਿਰੋਂ ਵਿਛੋੜੀ। ਪ੍ਰਭੂ ਵਿਛੋੜਾ ਤੇ ਤੇਰਾ ਵੀ ਹੈ, ਨਾ ਤੇਰੇ ਵਿਛੋੜੇ ਨੇ ਤੜਪਾਇਆ ਨਾ ਹੀ ਰੁਲਾਇਆ। ਮੈਂ ਰੋਈ ਰਿਜ਼ਕ ਦੀ ਖਾਤਰ, ਤੇਰੀ ਖਾਤਰ ਨਹੀਂ। ਮੈਂ ਰੋਈ ਪਰਿਵਾਰ ਦੀ ਖਾਤਰ, ਤੇਰੀ ਖਾਤਰ ਨਹੀਂ। ਮਨੁੱਖਾਂ ਦੇ ਰੋਣੇ ਸੁਣ ਲੈਣਾ, ਪਰਿਵਾਰਕ ਰੋਣੇ ਹੋਣੇ ਨੇ, ਸੰਸਾਰ ਦੇ ਰੋਣੇ ਹੋਣੇ, ਰੱਬ ਦੇ ਰੋਣੇ ਕੋਈ ਨਹੀਂ। ਇੱਕ ਨਾ ਰੋਣਾ ਮੇਰੇ ਤਨ ਕਾ ਵਿਰਹਾ, ਜਿਨ ਹਉ ਪਿਰੋਂ ਵਿਛੋੜੀ। ਸਾਹਿਬ ਕਹਿੰਦੇ ਵਿਛੋੜਾ ਤੇ ਪ੍ਰਭੂ ਤੇਰਾ ਵੀ ਹੈ, ਤੇਰੇ ਵਿਛੋੜੇ ਨੇ ਮੈਨੂੰ ਤੜਪਾਇਆ ਵੀ ਨਹੀਂ, ਰੁਲਾਇਆ ਵੀ ਨਹੀਂ। ਵਾਕਈ ਸੰਸਾਰ ਦਾ ਨਕਸ਼ਾ ਬੜਾ ਸੋਹਣਾ ਖਿਟੇ। ਤੜਪਦਾ ਤੇ ਹੈ ਸੰਸਾਰ, ਰੋਂਦਾ ਵੀ ਹੈ ਸੰਸਾਰ, ਪਰ ਇਹ ਰੋਣਾ ਰੱਬੀ ਰੋਣਾ ਨਹੀਂ ਹੈ। दो चशम मन के दरियाए अजीम उलशान ए गोया, जहर अफकम बवद शादाबी सरबाब बाग ही जा। भाई साहब भाई नंद लाल कहते ने, मेरी अखां दे निकले दो हंजो जो प्रभु प्यार दे च निकले ने, इन्हां ने जन्मां जनवांतरां दे पाप गुनाह सब धो दिते, सब धो दिते। खैर मैं बहुत जो है लमकावा रहा। लागी होए सोचाने पीर, तीर लगेगा पीड़ ते होवेगी। इनू कबीर बयान करते हैं जिस ढंग नाल वो कह के मैं समाप्ति करें इस वक्त। ਤੇ ਵੀਰੋ ਅੱਜ ਦੀ ਕਥਾ ਦੇ ਵਿੱਚ ਆਪਾਂ ਦੇਖਿਆ ਕਿ ਸੰਤ ਸਿੰਘ ਮਸਕੀਨ ਜੀ ਕਿੱਡੇ ਵਧੀਆ ਅੰਦਾਜ਼ ਨਾਲ ਬਿਆਨ ਕਰਦੇ ਪਏ ਆ। ਵੀਰੋ ਮੈਂ ਤੁਹਾਨੂੰ ਪਹਿਲਾਂ ਵੀ ਕਈ ਵਾਰੀ ਦੱਸ ਚੁੱਕਿਆ ਕਿ ਸੰਤ ਸਿੰਘ ਮਸਕੀਨ ਜੀ ਉਹ ਗਿਆਨ ਦੇ ਸਾਗਰ ਆ, ਉਹਨਾਂ ਕੋਲ ਬਹੁਤ ਇਲਮ ਹੈ। ਉਹ ਹਰ ਇਹ ਗੱਲ ਦੇ ਉੱਤੇ ਐਡੇ ਵਧੀਆ ਤੇ ਐਡੇ ਅੱਛੇ ਅੰਦਾਜ਼ ਨਾਲ ਗੱਲ ਕਰਦੇ ਆ ਕਿ ਸੁਣਨ ਵਾਲਾ ਜਿਹੜਾ ਨਾ ਉਹਨਾਂ ਨੂੰ ਦਾਤ ਦੇ ਤੇ ਬਗੈਰ ਰਹਿ ਨਹੀਂ ਸਕਦਾ, ਕਿਉਂਕਿ ਉਹਨਾਂ ਦਾ ਲਹਿਜਾ ਕਮਾਲ ਹੈ, ਬਹੁਤ ਹੀ ਵਧੀਆ। ਫਿਰ ਜਿਹੜਾ ਬੋਲਣ ਦਾ ਅੰਦਾਜ਼ ਹੈ ਜਾਂ ਜਿਹੜੇ ਗੱਲ ਸਮਝਾਉਣ ਦਾ ਅੰਦਾਜ਼ ਹੈ, ਕਿਆ ਬਾਤ ਹੈ। ਕਿਉਂਕਿ ਉਹਨਾਂ ਦਾ ਮਕਸਦ ਇਹ ਹੀ ਹੈ ਕਿ ਮੇਰੀ ਗੱਲ ਦੀ ਦੂਸਰੇ ਨੂੰ ਸਮਝ ਆਵੇ। ਉਹਦਾ ਕੀ ਫਾਇਦਾ ਗੱਲ ਦਾ ਕਿ ਤੁਸੀਂ ਗੱਲ ਕਰਕੇ ਚਲ ਗਏ ਹੋ ਲੇਕਿਨ ਪਿੱਛੋਂ ਕਿਸੇ ਨੂੰ ਪਤਾ ਹੀ ਨਹੀਂ ਲੱਗਾ, ਜਾਂ ਮਜਮੇ 'ਚ ਬੈਠੇ ਲੋਕਾਂ ਨੂੰ ਜ਼ਰਾ ਜਿੰਨਾ ਅਹਿਸਾਸ ਨਹੀਂ ਹੋ ਰਿਹਾ ਆਪਣੀਆਂ ਗਲਤੀਆਂ ਦਾ। ਨਹੀਂ ਵੀਰੋ, ਸਹੀ ਆਲਮ ਉਹ ਹੀ ਹੁੰਦਾ ਕਿ ਜਿਹੜਾ ਜਦੋਂ ਗੱਲ ਕਰੇ ਨਾ, ਤੇ ਜਿਹੜਾ ਸਾਹਮਣੇ ਮਜਮਾ ਬੈਠਾ ਜਾਂ ਜਿਹੜਾ ਉਹਨੂੰ ਕੋਈ ਵੀ ਸੁਣਨ ਦਿਆ ਦੁਨੀਆ ਦੇ ਵਿੱਚ, ਉਹ ਜਦੋਂ ਸੁਣੇ ਤੇ ਉਹਦਾ ਜਿਹੜਾ ਸੁੱਤਾ ਜ਼ਮੀਰ ਹੈ ਨਾ, ਜਿਹੜਾ ਗੁਨਾਹਗਾਰ ਹੋਇਆ ਪਿਆ, ਗੁਨਾਹ ਦੇ ਵਿੱਚ ਡੁੱਬਿਆ ਪਿਆ ਵੈ, ਤੇ ਜ਼ਮੀਰ ਉਹਦਾ ਮੁਰਦਾ ਹੋ ਗਿਆ ਵੈ, ਉਹਦਾ ਵੀ ਜ਼ਮੀਰ ਜਾਗ ਜੇ। ਐਸਾ ਵਧੀਆ ਤਰੀਕੇ ਨਾਲ ਬਿਆਨ ਕਰੇ ਜਾਂ ਐਸੇ ਵਧੀਆ ਤਰੀਕੇ ਨਾਲ ਦੱਸੇ। ਤੇ ਸੰਤ ਸਿੰਘ ਮਸਕੀਨ ਜੀ ਇਸ ਤਰ੍ਹਾਂ ਹੀ ਬਿਆਨ ਕਰਦੇ ਆ ਕਿ ਜਿਹੜਾ ਜ਼ਮੀਰ ਸੁੱਤਾ ਵੀ ਹੋਇਆ ਨਾ, ਉਹ ਵੀ ਜਾਗ ਜਾਂਦਾ, ਉਹ ਵੀ ਤੋਬਾ ਕਰ ਲੈਂਦਾ, ਉਹ ਵੀ ਕਹਿੰਦਾ ਕਿ ਮੈਂ ਅੱਜ ਤੋਂ ਬਾਅਦ ਕੋਈ ਵੀ ਗਲਤ ਜਾਂ ਪੁੱਠਾ ਸਿੱਧਾ ਕੰਮ ਨਹੀਂ ਕਰਨਾ। ਮੈਂ ਕੋਸ਼ਿਸ਼ ਕਰਨੀ ਹੈ ਕਿ ਦੂਸਰਿਆਂ ਦੀ ਮਦਦ ਕਰਾਂ, ਤੇ ਜਿਹੜੇ ਅੱਲਾਹ ਪਾਕ ਦੀ ਜ਼ਾਤ ਨੇ ਹੁਕਮ ਦਿੱਤੇ ਹੈ ਉਹਨਾਂ ਉੱਤੇ ਚੱਲਾਂ ਤੇ ਰੱਬ ਸੋਨੇ ਦੀ ਇਬਾਦਤ ਕਰਾਂ। ਤੇ ਵੀਰੋ, ਇਹ ਹੀ ਸਹੀ ਸੱਚਾ ਆਲਮ ਜਾਂ ਗਿਆਨੀ ਹੁੰਦਾ ਜਿਹਦੀਆਂ ਗੱਲਾਂ ਸੁਣ ਕੇ ਲੋਕ ਬੁਰਾਈ ਨੂੰ ਛੱਡ ਦੇਣ ਤੇ ਅੱਛਾਈ ਨੂੰ ਅਪਣਾ ਲੈਣ। ਤੇ ਇਸੇ ਕਰਕੇ ਮੈਂ ਸੰਤ ਸਿੰਘ ਮਸਕੀਨ ਜੀ ਦਾ ਦੀਵਾਨਾ ਹੈ, ਕਿਉਂਕਿ ਉਹ ਬੁਰਿਆਂ ਕੰਮਾਂ ਤੋਂ ਰੋਕਦੇ ਨੇ ਤੇ ਚੰਗੇ ਕੰਮ ਦੇ ਦਰਸ ਦਿੰਦੇ ਆ। ਬਹੁਤ ਵਧੀਆ ਕਥਾ ਸੀ ਵੀਰੋ, ਮੈਨੂੰ ਸੁਣ ਕੇ ਬਹੁਤ ਆਨੰਦ ਆਇਆ। ਤੁਹਾਡਾ ਇਸ ਬਾਰੇ ਕੀ ਖਿਆਲ ਹੈ? ਕਮੈਂਟਸ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ। ਆਪਣਾ ਰੱਖਿਓ ਢੇਰ ਸਾਰਾ ਖਿਆਲ। ਰੱਬ ਰਾਖਾ।